ਕੀ ਕਾਰਨ ਕੀ ਆ? ਮੇਅਰ ਵਾਲਾ ਮਸਲਾ ਕਿੱਥੇ ਖੜਾ, ਕੀ ਮਸਲਾ ਸੀ ਜੀ? ਜਦੋਂ ਕਾਂਗਰਸ ਦਾ ਇੱਕ ਬਹੁਤ ਲੰਬਾ ਚੌੜਾ ਇਤਿਹਾਸ, ਬੜਾ ਚੰਗਾ ਇਤਿਹਾਸ ਰਿਹਾ ਹੈ, ਉਹਦੇ ਵਿੱਚ ਜਦੋਂ ਕਾਂਗਰਸ ਦੂਜੇ ਹੱਥਾਂ ਦੇ ਵਿੱਚ ਗਈ ਸਟੇਟ ਦੀ, ਤਾਂ ਉੱਥੇ ਜਿਹੜੇ ਜਿਸ ਵਤੀਰੇ ਦੇ ਨਾਲ ਜਿਨ੍ਹਾਂ ਦੇ ਨਾਮ ਨੂੰ ਲੈ ਕੇ ਵੋਟਾਂ ਲਿੱਤੀਆਂ, ਮਹਾਰਾਜਾ ਅਮਰਿੰਦਰ ਸਿੰਘ ਜੀ, ਉਹਨਾਂ ਦੇ ਨਾਲ ਜਿਸ ਤਰੀਕੇ ਦਾ ਵਰਤਾਵ ਪਾਰਟੀ ਦੇ ਸੀਨੀਅਰ ਲੀਡਰਾਂ ਦੁਆਰਾ ਕੀਤਾ ਗਿਆ, ਇਹਦਾ ਰੋਸ਼ ਹਰੇਕ ਪਟਿਆਲਵੀ ਨੂੰ ਹੈ। ਕਾਰਨ ਕੀ ਸੀ ਵੀ ਜਦੋਂ ਮੇਅਰ ਦੀ ਕੁਰਸੀ ਜਿਹੜੀ ਹੈ ਡਗਡਮਾਉਣ ਲੱਗੀ ਤਾਂ ਜਿਹੜੇ ਸੀਐਮ ਨੇ ਪੰਜਾਬ ਦੇ, ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਆਉਣਾ ਪਿਆ ਉਹ ਕੁਰਸੀ ਬਚਾਉਣ ਲਈ? ਦੇਖੋ, ਕੁਰਸੀ ਬਚਾਉਣ ਦੇ ਲਈ ਨਹੀਂ ਗੱਲ ਸੀਗੀ। ਜਦੋਂ ਸਰਕਾਰ ਦੇ ਵਿੱਚ ਜਿਹੜਾ ਹੈਗਾ ਦੋ ਧਿਰ ਬਣ ਕੇ ਖੜੇ ਹੋ ਗਏ, ਪੰਜਾਬ ਲੋਕ ਕਾਂਗਰਸ ਬਣ ਚੁੱਕੀ ਸੀਗੀ, ਤਾਂ ਉਹਦੇ ਵਿੱਚ ਨੈਚੁਰਲੀ ਬਦਲਾਅ ਆਉਣਾ ਸੀਗਾ। ਕੌਂਸਲਰਾਂ ਨੇ ਜਿਹੜਾ ਮੇਅਰ ਚੁਣਨਾ ਹੁੰਦਾ, ਤੇ ਚੰਨੀ ਸਾਹਿਬ ਨੂੰ ਵੀ ਇੱਥੇ ਬਿਆਨ ਦੇਣਾ ਪਿਆ ਵੀ ਉਹ ਸਿਰਫ ਕੌਂਸਲਰਾਂ ਦਾ ਮਸਲਾ ਹੈ, ਵੀ ਸਰਕਾਰ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੈਗੀ ਉਹਦੇ। ਪੁਲਿਸ ਮੂੰਹ ਦੇ ਕੱਪੜੇ ਬੰਨ੍ਹ ਕੇ ਖੜੀ ਸੀਗੀ। ਜਿਸ ਤਰੀਕੇ ਦੇ ਨਾਲ ਪਟਿਆਲੇ ਦੀ ਐਡਮਿਨਿਸਟ੍ਰੇਸ਼ਨ ਸਾਰੀ ਮਿਲ ਕੇ ਉਸ ਕਾਰਪੋਰੇਸ਼ਨ ਨੂੰ ਟੋਟਲ ਖਾਲੀ ਕਰਾ ਕੇ ਕਿਸੇ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ, ਕੋਈ ਪ੍ਰੈਸ ਨਹੀਂ ਨੇੜੇ ਉਹਨਾਂ ਨੇ ਫੜਕਣ ਦਿੱਤੀ, ਕਿਸੇ ਦੇ ਮੋਬਾਈਲ ਨਹੀਂ ਹੱਥ 'ਚ ਰਹਿਣ ਦਿੱਤਾ। ਹੁਣ ਮੇਅਰ ਵਾਲੀ ਗੱਲ ਕਿੱਥੇ ਖੜੀ ਹੈ? ਮੇਅਰ ਦਾ ਸਾਰਾ ਕੁਝ ਕਲੀਅਰ ਹੋ ਚੁੱਕਿਆ, ਹਾਈ ਕੋਰਟ ਦੇ ਵਿੱਚੋਂ ਜਿਹੜਾ ਸੀਗਾ ਕੰਪਲੀਟ ਉਹਨਾਂ ਨੇ ਕਰਤਾ। ਜਿਹੜਾ ਕਿਸਾਨਾਂ ਵਾਲਾ ਪਿੱਛੇ ਅੰਦੋਲਨ ਚੱਲਿਆ, ਉਹਦੇ ਕਰਕੇ ਲੋਕਾਂ ਦੇ ਅੰਦਰ ਕਿਤੇ ਨਾ ਕਿਤੇ ਭਾਜਪਾ ਪ੍ਰਤੀ ਅੱਜ ਵੀ ਰੋਹ ਹੈਗਾ, ਤੇ ਉਹ ਰੋਹ ਨੂੰ ਤੁਸੀਂ ਕਿਵੇਂ ਹੱਲ ਕਰੋਗੇ? ਕੀ ਮਸਲਾ ਉਹ ਲੋਕਾਂ ਦੇ ਵਿੱਚ ਕਿਵੇਂ ਵਿਚਰੋਗੇ? ਖੁੱਲ੍ਹ ਕੇ ਦਾਅਵੇ ਨਾਲ ਕਹਿ ਸਕਦਾ ਕਿ ਜੇ ਉਹ ਸੰਘਰਸ਼ ਚੱਲਿਆ ਤਾਂ ਉਸ ਸੰਘਰਸ਼ ਨੂੰ ਚਲਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦਾ ਸੀਗਾ। ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਅਕਾਲੀ ਜਿਹੜੇ ਨੇ ਉਹ ਖੁੱਲ੍ਹ ਕੇ ਘੁੰਮਦੇ ਰਹੇ। ਲੋਕ ਇਹ ਵੀ ਇਲਜ਼ਾਮ ਲਾਉਂਦੇ ਨੇ ਵੀ ਇਹ ਚਾਚਾ ਭਤੀਜਾ ਦੀ ਸਰਕਾਰ ਸੀਗੀ ਸੁਖਬੀਰ ਬਾਦਲ ਵਾਲੀ। ਇਹ ਕਾਨੂੰਨ ਦਾ ਰਾਜ ਹੈ ਉਰੇ, ਇਹ ਕੋਈ ਉਰੇ ਕੋਈ ਤਾਲੀਬਾਨਾਂ ਦਾ ਰਾਜ ਨਹੀਂ ਹੈ। ਉਰੇ ਇੱਕ ਸੰਵਿਧਾਨ ਹੈ, ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਦਾ ਲਿਖਿਆ ਪਿਆ, ਉਹਦੇ ਇੱਕ ਇੱਕ ਅੱਖਰ ਦੇ ਵਿੱਚ ਜਾਣ ਹੈ। ਹੁਣ ਮੇਰੇ ਨਾਲ ਜਦੋਂ ਧੱਕਾ ਕੀਤਾ, ਮੈਨੂੰ ਵੀ ਸੰਵਿਧਾਨ ਨੇ ਦੁਬਾਰਾ ਤੋਂ ਮੇਅਰ ਦੀ ਕੁਰਸੀ ਤੇ ਬਿਠਾਇਆ, ਕੀ ਧੱਕਾ ਕਿਤੇ ਕੰਮ ਆਇਆ? ਪਟਿਆਲਾ ਦਿਹਾਤੀ ਦੇ ਜਿਹੜੇ ਵੋਟਰ ਨੇ ਉਹਨਾਂ ਨੂੰ ਕੀ ਅਪੀਲ ਕਰੋਗੇ? ਪੰਜਾਬ ਦੇ ਵਿੱਚ ਜੇ ਅੱਜ ਇਹ ਪੰਜਾਬ ਤੇ ਕੇਂਦਰ ਸਰਕਾਰ ਮਿਲ ਕੇ ਡਬਲ ਇੰਜਨ ਸਰਕਾਰ ਬਣਨ ਜਾ ਰਹੀ ਹੈ, ਇਹਦੇ ਵਿੱਚ ਅਸੀਂ ਆਪਣਾ ਸਹਿਯੋਗ ਦਈਏ। ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਪੰਜਾਬ ਦੀ ਸਿਆਸਤ ਜਿਹੜੀ ਆ ਪੂਰੀ ਤਰ੍ਹਾਂ ਭਖ ਚੁੱਕੀ ਹੈ। ਭਾਵੇਂ ਮੌਸਮ ਜਿਹੜਾ ਬੱਦਲਬਾਈ ਵਾਲਾ ਹੋਇਆ ਮੀਂਹ ਵੀ ਪੈ ਰਿਹਾ, ਪਰ ਸਿਆਸਤ ਜਿਹੜੀ ਹੈ ਪੂਰੀ ਤਰ੍ਹਾਂ ਪੀਕ ਤੇ ਹੈ। ਸਿਆਸਤੀ ਆਗੂ ਜਿਹੜੇ ਨੇ ਆਪੋ ਆਪਣੇ ਦਾਅ ਪੇਚ ਲਾ ਕੇ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਅਸੀਂ ਪਹੁੰਚੇ ਹਾਂ ਪਟਿਆਲਾ ਦਿਹਾਤੀ ਦੇ ਵਿੱਚ, ਜਿੱਥੋਂ ਪੰਜਾਬ ਲੋਕ ਕਾਂਗਰਸ ਵੱਲੋਂ ਸੰਜੀਵ ਬਿੱਟੂ ਜੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਉਮੀਦਵਾਰ ਥਾਪਿਆ। ਇੱਥੋਂ ਉਹਨਾਂ ਦੇ ਥਾਪਣ ਤੋਂ ਬਾਅਦ ਜਿਹੜਾ ਚੋਣ ਪੀੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਸਾਡੇ ਨਾਲ ਸੰਜੀਵ ਬਿੱਟੂ ਜੀ ਨੇ, ਜਿਹੜੇ ਮੇਅਰ ਵੀ ਨੇ ਪਟਿਆਲੇ ਤੋਂ, ਉਹਨਾਂ ਨਾਲ ਗੱਲਬਾਤ ਕਰਾਂਗੇ। ਬਿੱਟੂ ਸਾਹਿਬ, ਤੁਹਾਡਾ ਗਲੋਬਲ ਪੰਜਾਬ ਟੀਵੀ ਤੇ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ, ਜੈ ਸ਼੍ਰੀ ਰਾਮ ਜੀ। ਸਾਰਿਆਂ ਦਾ ਤੁਹਾਡਾ, ਤੁਸੀਂ ਅੱਜ ਪਹੁੰਚੇ ਸਾਡੇ ਕੋਲ। ਜੋ ਤੁਸੀਂ ਜਿਹੜੀ ਅੱਜ ਦੀ ਚੋਣ ਜਿਹੜੀ ਹੈ 2022 ਦੀ ਚੋਣ ਹੈ, ਇਹ ਚੋਣ ਜਿਹੜੀ ਹੈ ਬਾਕੀ ਸਾਰੀਆਂ ਚੋਣਾਂ ਨਾਲੋਂ ਵੱਖ ਹੈ। ਇਸ ਚੋਣ ਦੇ ਵਿੱਚ ਜੋ ਅੱਜ ਪੰਜਾਬ ਦੀ ਰਾਜਨੀਤੀ ਨੂੰ, ਪੰਜਾਬ ਦੇ ਸਮਾਜਿਕ ਸਥਿਤੀ ਨੂੰ, ਇਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਉੱਪਰ ਜਾ ਕੇ ਜਿਹੜਾ ਹੈਗਾ ਪੰਜਾਬ ਦੀ ਆਰਥਿਕਤਾ ਦੀ ਗੱਲ ਇਸ ਜਿਹੜੀ ਚੋਣ ਦੇ ਵਿੱਚ ਚੱਲ ਰਹੀ ਹੈ। ਅਸੀਂ ਅੱਜ ਦੇਖਦੇ ਹਾਂ ਕਿ ਚਾਹੇ ਕਿਸਾਨੀ ਦਾ ਮੁੱਦਾ ਹੈ, ਚਾਹੇ ਵਪਾਰੀਆਂ ਦਾ ਹੈ, ਚਾਹੇ ਸਾਡੇ ਕੋਲ ਜਿਹੜੀ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਜਦੋਂ ਕੰਪੈਰੀਜ਼ਨ ਕਰਦੇ ਹਾਂ ਸਾਡੀਆਂ ਨਾਲ ਦੀਆਂ ਸਟੇਟਾਂ ਹੈ, ਉਹਦੇ ਵਿੱਚ ਹਰਿਆਣਾ ਹੈ, ਹਿਮਾਚਲ ਹੈ, ਇੱਥੇ ਜਿਹੜੇ ਪ੍ਰਾਪਰਟੀਆਂ ਦੇ ਰੇਟ ਜਿਹੜੇ ਆ ਬਹੁਤ ਬੇਤਹਾਸ਼ਾ ਬੜੀ ਤੇਜ਼ੀ ਦੇ ਨਾਲ ਵਧ ਰਹੇ ਹਨ। ਤੇ ਸਾਡੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਬਹੁਤ
ਜਿਹੜਾ ਹਾਲਾਤ ਜਿਹੜੇ ਹਨ ਉਲਟ ਹਨ। ਉਰੇ ਜਿਹੜਾ ਹੈਗਾ ਹਰੇਕ ਜ਼ਮੀਨ ਦਾ, ਚਾਹੇ ਖੇਤੀ ਦੀ ਹੈ, ਚਾਹੇ ਵਪਾਰਕ ਹੈ, ਚਾਹੇ ਰਿਹਾਇਸ਼ ਹੈ, ਘਟ ਰਹੇ ਹਨ। ਤਾਂ ਇਹ ਸਾਰਾ ਕੁਝ ਜਿਹੜਾ ਜੁੜਿਆ ਪਿਆ, ਇਹ ਪੰਜਾਬ ਦੀ ਆਰਥਿਕ ਸਥਿਤੀ ਜਿਹੜੀ ਹੈ ਅੱਜ, ਜਿਹਦੇ ਵਿੱਚ ਇੱਕ ਬਹੁਤ ਵੱਡਾ ਸ਼ੇਅਰ ਜਿਹੜਾ ਕੇਂਦਰ ਸਰਕਾਰ ਦਾ ਹੁੰਦਾ ਹੈ। ਕਿਤੇ ਨਾ ਕਿਤੇ ਅਸੀਂ ਉਹ ਸਰਕਾਰਾਂ ਬਣਾਉਂਦੇ ਰਹੇ ਜਿਹੜੀਆਂ ਰਾਜ ਦੇ ਵਿੱਚ ਅਲੱਗ ਸੀ, ਕੇਂਦਰ 'ਚ ਅਲੱਗ ਸੀ। ਤੇ ਜਦੋਂ ਤੱਕ ਅੱਜ ਪੰਜਾਬ ਤੇ ਕੇਂਦਰ ਸਰਕਾਰ ਇੱਕ ਨਹੀਂ ਹੁੰਦੀ, ਇੱਕ ਨਹੀਂ ਬਣਾਉਂਦੇ ਅਸੀਂ, ਤਾਂ ਇਹਦਾ ਜਿਹੜਾ ਪ੍ਰਭਾਵ ਹੈ ਪੰਜਾਬ ਦੀ ਆਰਥਿਕਤਾ ਤੇ ਪੈਂਦਾ ਹੈ। ਜਿਹੜੀ ਆਰਥਿਕਤਾ ਹੈ, ਇਹੀ ਇੱਕ ਜਦੋਂ ਚੰਗੇ ਆਰਥਿਕ ਹਾਲਾਤ ਹੁੰਦੇ ਹਨ ਤਾਂ ਚੰਗਾ ਇੱਕ ਸਮਾਜ ਬਣਦਾ ਹੈ। ਚੰਗੇ ਸਮਾਜ ਦੇ ਵਿੱਚੋਂ ਹੀ ਚੰਗੀ ਰਾਜਨੀਤੀ ਨਿਕਲ ਕੇ ਆਉਂਦੀ ਹੈ। ਤਾਂ ਜਿਹੜਾ ਕੋਈ ਘਰ ਹੈ, ਕੋਈ ਸ਼ਹਿਰ ਹੈ, ਕੋਈ ਸਟੇਟ ਹੈ, ਕੋਈ ਦੇਸ਼ ਹੈ, ਆਰਥਿਕਤਾ ਦਾ ਬਹੁਤ ਵੱਡਾ ਪ੍ਰਭਾਵ ਜਿਹੜਾ ਹੈਗਾ ਉਹਦੇ ਸਾਰੇ ਧਰਮ, ਰਾਜਨੀਤੀ, ਸਮਾਜ ਦੇ ਉੱਪਰ ਪੈਂਦਾ ਹੈ। ਤੇ ਮੇਰਾ ਇੱਕ ਅਗਲਾ ਸਵਾਲ ਤੁਹਾਨੂੰ ਇਹ ਹੈ ਵੀ ਤੁਸੀਂ ਜਿਹੜਾ ਇੱਥੇ ਸੰਜੀਵ ਬਿੱਟੂ ਜਿਹੜੇ ਨੇ, ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਨੇ ਤੇ ਪਟਿਆਲਾ ਦੇ ਮੇਅਰ ਵੀ ਰਹੇ ਨੇ। ਤੇ ਇਹ ਚਿਹਰਾ ਉਹਨਾਂ ਟਾਈਮ ਚਰਚਿਤ ਚਿਹਰਾ ਨਹੀਂ ਸੀ। ਇਹ ਚਿਹਰਾ ਜਦੋਂ ਹੁਣ ਮੇਅਰ ਦਾ ਮਸਲਾ ਭਖਿਆ ਪਿਛਲੇ ਮਹੀਨੇ, ਤਾਂ ਇਹ ਪੂਰੇ ਪੰਜਾਬ ਦੇ ਵਿੱਚ ਪੰਜਾਬੀਆਂ ਤੱਕ ਜਿਹੜਾ ਮਸਲਾ ਹੈ, ਇਹਨਾਂ ਦਾ ਨਾਂ ਜਿਹੜਾ ਉਹ ਚਲਾ ਗਿਆ। ਕੀ ਕਾਰਨ ਕੀ ਆ? ਮੇਅਰ ਵਾਲਾ ਮਸਲਾ ਕਿੱਥੇ ਖੜਾ, ਕੀ ਮਸਲਾ ਸੀ ਜੀ? ਜਦੋਂ ਕਾਂਗਰਸ ਦਾ ਇੱਕ ਬਹੁਤ ਲੰਬਾ ਚੌੜਾ ਇਤਿਹਾਸ, ਬੜਾ ਚੰਗਾ ਇਤਿਹਾਸ ਰਿਹਾ ਹੈ, ਉਹਦੇ ਵਿੱਚ ਜਦੋਂ ਕਾਂਗਰਸ ਦੂਜੇ ਹੱਥਾਂ ਦੇ ਵਿੱਚ ਗਈ ਸਟੇਟ ਦੀ, ਤਾਂ ਉੱਥੇ ਜਿਹੜੇ ਜਿਸ ਵਤੀਰੇ ਦੇ ਨਾਲ ਜਿਨ੍ਹਾਂ ਦੇ ਨਾਮ ਨੂੰ ਲੈ ਕੇ ਵੋਟਾਂ ਲਿੱਤੀਆਂ, ਮਹਾਰਾਜਾ ਅਮਰਿੰਦਰ ਸਿੰਘ ਜੀ, ਉਹਨਾਂ ਦੇ ਨਾਲ ਜਿਸ ਤਰੀਕੇ ਦਾ ਵਰਤਾਵ ਪਾਰਟੀ ਦੇ ਸੀਨੀਅਰ ਲੀਡਰਾਂ ਦੁਆਰਾ ਕੀਤਾ ਗਿਆ, ਇਹਦਾ ਰੋਸ਼ ਹਰੇਕ ਪਟਿਆਲਵੀ ਨੂੰ ਹੈ। ਜਿਹੜੇ ਉਸ ਤੋਂ ਬਾਅਦ ਜਦੋਂ ਰਾਜਨੀਤਿਕ ਹਾਲਾਤ ਬਦਲੇ, ਰਾਜਨੀਤਿਕ ਹਾਲਾਤ ਬਦਲਣ ਤੋਂ ਬਾਅਦ ਹਰੇਕ ਨੇ ਆਪਣੇ ਜਿਸ ਤਰੀਕੇ ਦੀ ਉਹਦੀ ਬਣਤਰ ਹੈ, ਉਹਨੇ ਉਸ ਤਰੀਕੇ ਦੀ ਰਾਜਨੀਤੀ ਦੇ ਵਿੱਚ ਜਾਣਾ ਸੀਗਾ। ਆਮ ਤੌਰ ਤੇ ਜਿਹੜੀ ਰਾਜਨੀਤਿਕ ਲੋਕ ਹਨ, ਉਹ ਜਿਹੜਾ ਤਾਕਤ ਦੇ ਨਾਲ ਚੱਲਦੇ ਹਨ। ਤਾਂ ਮੈਨੂੰ ਜਿਹੜਾ ਸੀਗਾ, ਮੈਂ ਮਹਾਰਾਜਾ ਅਮਰਿੰਦਰ ਸਿੰਘ ਜੀ ਨਾਲ, ਮਹਾਰਾਣੀ ਪਰਨੀਤ ਕੌਰ ਜੀ ਦੇ ਆਸ਼ੀਰਵਾਦ ਦੇ ਨਾਲ ਸਿਆਸਤ 'ਚ ਆਇਆ ਸੀਗਾ, ਚੱਲਿਆ। ਉਹਨਾਂ ਨੇ ਮੈਨੂੰ ਮੌਕਾ ਦਿੱਤਾ ਕੰਮ ਕਰਨ ਦਾ, ਤਾਂ ਮੈਂ ਉਹਨਾਂ ਦੇ ਨਾਲ ਸੀ। ਉਸ ਤੋਂ ਬਾਅਦ ਜਿਹੜੇ ਹਾਲਾਤ ਬਦਲੇ, ਜਿਹੜੇ ਹਾਲਾਤ ਰਾਜਨੀਤਿਕ ਸਮੀਕਰਨ ਬਦਲੇ, ਜਦੋਂ ਤਾਂ ਕਾਂਗਰਸ ਪਾਰਟੀ ਦੇ ਸਾਡੇ ਇਸ ਇਲਾਕੇ ਦੇ ਜਿਹੜੇ ਮੰਤਰੀ ਸੀ ਬ੍ਰਹਮਿੰਦਰਾ ਜੀ, ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਜਿਹੜੀ ਇਹ ਦਿੱਕਤ ਵਧੀ ਸੀਗੀ। ਉਹਨਾਂ ਨੇ ਆਪਣੇ ਬੇਟੇ ਨੂੰ ਪ੍ਰੋਜੈਕਟ ਕਰਨਾ ਸੀਗਾ। 2017 'ਚ ਇਹ ਗੱਲ ਸ਼ੋਅ ਹੋ ਗਈ ਸੀਗੀ, ਕਿਉਂਕਿ 2014 'ਚ ਇਹਨਾਂ ਦੇ ਬੇਟੇ ਨੇ ਪਹਿਲਾਂ MP ਦੀ ਟਿਕਟ ਮੰਗੀ ਸੀਗੀ ਕਿ ਮੈਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਜਾਵੇ। ਨਹੀਂ, 2019 'ਚ, ਸੌਰੀ, ਹਾਂਜੀ 19 'ਚ। ਤਾਂ ਇਹ ਗੱਲ ਸਭ ਨੂੰ ਸਾਫ਼ ਜ਼ਾਹਰ ਹੋ ਗਈ ਸੀਗੀ ਕਿ ਉਹਨਾਂ ਨੇ ਆਪਣੇ ਬੇਟੇ ਦੇ ਵਾਸਤੇ ਜਿਹੜੀ ਰਾਜਨੀਤਿਕ ਧਰਤੀ ਤਿਆਰ ਕਰਨੀ ਸ਼ੁਰੂ ਕਰਤੀ ਸੀਗੀ। ਤਾਂ ਉਹਦੇ ਵਿੱਚ ਉਹਨਾਂ ਨੇ ਇੱਕ ਮੌਕਾ ਦੇਖਿਆ, ਬਿਲਕੁਲ ਅਨੈਤਿਕ ਤਰੀਕੇ ਨਾਲ, ਗੁੰਡਾਗਰਦੀ ਦੇ ਨਾਲ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਦੀ ਬਿਲਡਿੰਗ ਨੂੰ ਇੱਕ ਜੇਲ੍ਹ ਦਾ ਰੂਪ ਦੇਤਾ। ਜਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ, ਉਹਨਾਂ ਦੇ ਨਾਲ ਜਿਹੜਾ ਵਰਤਾਓ ਕੀਤਾ ਗਿਆ, ਉਹ ਕਾਰਨ ਕੀ ਸੀ ਵੀ ਜਦੋਂ ਮੇਅਰ ਦੀ ਕੁਰਸੀ ਜਿਹੜੀ ਹੈ ਡਗਡਮਾਉਣ ਲੱਗੀ, ਤਾਂ ਜਿਹੜੇ CM ਨੇ ਪੰਜਾਬ ਦੇ, ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਆਉਣਾ ਪਿਆ ਉਹ ਕੁਰਸੀ ਬਚਾਉਣ ਲਈ? ਦੇਖੋ, ਕੁਰਸੀ ਬਚਾਉਣ ਦੇ ਲਈ ਨਹੀਂ ਗੱਲ ਸੀਗੀ। ਜਦੋਂ ਸਰਕਾਰ ਦੇ ਵਿੱਚ ਜਿਹੜਾ ਹੈਗਾ ਦੋ ਧਿਰ ਬਣ ਕੇ ਖੜੇ ਹੋ ਗਏ, ਪੰਜਾਬ ਲੋਕ ਕਾਂਗਰਸ ਬਣ ਚੁੱਕੀ ਸੀਗੀ, ਤਾਂ ਉਹਦੇ ਵਿੱਚ ਨੈਚੁਰਲੀ ਬਦਲਾਅ ਆਉਣਾ ਸੀਗਾ। ਪਰ ਉਸ ਬਦਲਾਅ ਨੂੰ ਜਿਹੜਾ ਗਲਤ ਤਰੀਕੇ ਦੇ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਵਰਤਣ ਦੀ। ਜਦੋਂ ਸਾਡੇ ਕੋਲ ਸਟਰੈਂਥ ਪੂਰੀ ਸੀਗੀ, ਸਾਡੇ ਕੋਲ ਲਗਭਗ 5 ਜਿਹੜੇ ਕੌਂਸਲਰ ਵੱਧ ਸੀਗੇ, ਤਾਂ ਉਹਦੇ ਵਿੱਚ ਜੋ ਮਹਾਰਾਜ ਅਮਰਿੰਦਰ ਸਿੰਘ ਜੀ ਦੀ ਇੱਕ ਸ਼ਹਿਰ ਦੇ ਨਾਗਰਿਕ ਹੋਣ ਦੇ ਨਾਤੇ, ਇਸ ਸ਼ਹਿਰ ਦੇ ਵਸਨੀਕ ਹੋਣ ਦੇ ਨਾਤੇ, ਉਹਨਾਂ ਨੇ ਆਪਣਾ ਫਰਜ਼ ਜਿਹੜਾ ਅਦਾ ਕੀਤਾ। ਇਹ ਲੋਕਲ ਗੌਰਮੈਂਟ ਹੈ, ਲੋਕਲ ਗੌਰਮੈਂਟ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ, ਨਾਲ ਆ ਕੇ ਖੜੇ ਹੋਏ, ਨਾਲ ਲੀਡਰ ਦਾ ਫਰਜ਼ ਪੂਰਾ ਕੀਤਾ। ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹਨਾਂ ਤੋਂ ਗੇਟ ਦੇ ਬਾਹਰ ਖੜ੍ਹ ਕੇ ਕਿਹਾ ਗਿਆ ਤੁਸੀਂ ਆਪਣਾ ਆਇਡੈਂਟੀ ਕਾਰਡ ਦਿਓ, ਕਾਰ ਨਹੀਂ ਅੰਦਰ ਜਾਣ ਦੇਣੀ, ਉਹਨਾਂ ਤੋਂ ਮੋਬਾਈਲ ਖੋਇਆ ਗਿਆ, ਉਹਨਾਂ ਦਾ ਖੋਇਆ ਨਹੀਂ, ਲਿੱਤਾ ਗਿਆ, ਸੌਰੀ। ਤੇ ਉਸ ਤੋਂ ਬਾਅਦ ਜਿਹੜਾ ਸੀਗਾ ਉਹਨਾਂ ਨੂੰ ਲਿਫਟ ਬੰਦ ਕੀਤੀ। ਬਹੁਤ ਮਾੜਾ ਵਤੀਰਾ ਜਿਹੜਾ ਤੁਸੀਂ ਦੇਖਿਆ। ਕੌਂਸਲਰਾਂ ਦੀ ਕੌਂਸਲਰਾਂ ਨੇ ਜਿਹੜਾ ਮੇਅਰ ਚੁਣਨਾ ਹੁੰਦਾ,
ਤੇ ਚੰਨੀ ਸਾਹਿਬ ਨੂੰ ਵੀ ਇੱਥੇ ਬਿਆਨ ਦੇਣਾ ਪਿਆ ਵੀ ਉਹ ਸਿਰਫ ਕਾਉਂਸਲਰਾਂ ਦਾ ਮਸਲਾ ਹੈ, ਵੀ ਸਰਕਾਰ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੈਗੀ ਉਹਦੇ 'ਚ। ਦੇਖੋ ਜੀ, ਜੇ ਚੰਨੀ ਸਾਹਿਬ ਦੀ ਉਸ ਗੱਲ ਨੂੰ ਤੁਸੀਂ ਸਮਝੋ, ਜਿਹੜੀ ਪੁਲਿਸ ਉੱਥੇ ਮੂੰਹ ਦੇ ਉੱਪਰ ਕੱਪੜੇ ਬੰਨ੍ਹ ਕੇ ਜਿਵੇਂ ਚੰਬਲ ਦੇ ਵਿੱਚ ਡਾਕੂ ਆਏ ਹੁੰਦੇ ਆ, ਉਸ ਤਰੀਕੇ ਦੇ ਨਾਲ ਪੁਲਿਸ ਮੂੰਹ ਦੇ ਕੱਪੜੇ ਬੰਨ੍ਹ ਕੇ ਖੜੀ ਸੀਗੀ। ਜਿਸ ਤਰੀਕੇ ਦੇ ਨਾਲ ਪਟਿਆਲੇ ਦੀ ਐਡਮਿਨਿਸਟ੍ਰੇਸ਼ਨ ਸਾਰੀ ਮਿਲ ਕੇ ਉਸ ਕਾਰਪੋਰੇਸ਼ਨ ਨੂੰ ਟੋਟਲ ਖਾਲੀ ਕਰਾ ਕੇ ਕਿਸੇ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ, ਕੋਈ ਪ੍ਰੈਸ ਨਹੀਂ ਨੇੜੇ ਉਹਨਾਂ ਨੇ ਫੜਕਣ ਦਿੱਤੀ, ਕਿਸੇ ਦੇ ਮੋਬਾਈਲ ਨਹੀਂ ਹੱਥ 'ਚ ਰਹਿਣ ਦਿੱਤਾ। ਉਹ ਸਾਰਾ ਮਸਲਾ ਆਪਾਂ ਨੂੰ ਪਤਾ ਹੈ, ਪਰ ਹੁਣ ਮੇਅਰ ਵਾਲੀ ਗੱਲ ਕਿੱਥੇ ਖੜੀ ਹੈ? ਮੇਅਰ ਦਾ ਸਾਰਾ ਕੁਝ ਕਲੀਅਰ ਹੋ ਚੁੱਕਿਆ, ਹਾਈ ਕੋਰਟ ਦੇ ਵਿੱਚੋਂ ਜਿਹੜਾ ਸੀਗਾ ਕੰਪਲੀਟ ਉਹਨਾਂ ਨੇ ਕਰਤਾ, ਤੇ ਕੰਟੀਨਿਊ ਇੱਕ ਦਿਨ ਵਾਸਤੇ ਵੀ ਕੋਈ ਮੇਅਰ ਦੀ ਸੀਗੀ ਜਿਹੜੀ ਉਹ ਜਿਹੜਾ ਪਿੱਛੇ ਉਹਨਾਂ ਨੇ ਆਪ ਕੁਝ ਪ੍ਰੋਸੀਡਿੰਗਸ ਪਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਉਹ ਵੀ ਸਾਰੇ ਰੱਦ ਕਰ ਦਿੱਤੀਆਂ ਗਈਆਂ ਸੀਗੀਆਂ ਜੀ। ਤੇ ਹੁਣ ਤੁਸੀਂ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਹੋ ਭਾਜਪਾ ਨਾਲ ਜਿਹੜਾ ਗੱਠਜੋੜ ਪੰਜਾਬ ਲੋਕ ਕਾਂਗਰਸ ਦਾ, ਤੇ ਕੁਦਰਤੀ ਹੈ ਜਿਹੜਾ ਕਿਸਾਨਾਂ ਵਾਲਾ ਪਿੱਛੇ ਅੰਦੋਲਨ ਚੱਲਿਆ, ਉਹਦੇ ਕਰਕੇ ਲੋਕਾਂ ਦੇ ਅੰਦਰ ਕਿਤੇ ਨਾ ਕਿਤੇ ਭਾਜਪਾ ਪ੍ਰਤੀ ਅੱਜ ਵੀ ਰੋਹ ਹੈਗਾ, ਤੇ ਉਹ ਰੋਹ ਨੂੰ ਤੁਸੀਂ ਕਿਵੇਂ ਹੱਲ ਕਰੋਗੇ? ਕੀ ਮਸਲਾ ਉਹ ਲੋਕਾਂ ਦੇ ਵਿੱਚ ਕਿਵੇਂ ਵਿਚਰੋਗੇ? ਦੇਖੋ, ਜਿਹੜਾ ਰੋਹ ਹੈ ਉਸ ਰੋਹ ਦੇ ਤਹਿਤ ਜਿਹੜੇ ਫੈਸਲੇ ਜਿਸ ਤਰੀਕੇ ਦੇ ਨਾਲ ਸਾਡੇ ਪੰਜਾਬ ਦੇ ਲੋਕ, ਸਾਡੇ ਕਿਸਾਨ, ਸਾਡੇ ਹਰੇਕ ਵਿਅਕਤੀ ਨੇ ਉਸ ਦੇ ਵਿੱਚ ਆਪਣਾ ਯੋਗਦਾਨ ਪਾਇਆ, ਉਸ ਸੰਘਰਸ਼ ਦੇ ਵਿੱਚ ਅਸੀਂ ਵੀ ਉਸ ਸੰਘਰਸ਼ ਦੇ ਵਿੱਚ, ਜੇ ਮੈਂ ਗੱਲ ਖੁੱਲ੍ਹ ਕੇ ਦਾਅਵੇ ਨਾਲ ਕਹਿ ਸਕਦਾ ਕਿ ਜੇ ਉਸ ਸੰਘਰਸ਼ ਚੱਲਿਆ ਤਾਂ ਉਸ ਸੰਘਰਸ਼ ਨੂੰ ਚਲਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦਾ ਸੀਗਾ। ਜੋ ਸਟੈਂਡ ਮੁੱਖ ਮੰਤਰੀ ਪੰਜਾਬ ਨੇ ਉਸ ਸਮੇਂ ਦੇ ਮਹਾਰਾਜਾ ਅਮਰਿੰਦਰ ਸਿੰਘ ਜੀ ਨੇ ਕਿਸਾਨਾਂ ਦੇ ਲਈ, ਪੰਜਾਬ ਦੀ ਕਿਸਾਨੀ ਵਾਸਤੇ, ਚਾਹੇ ਉਹ ਪੰਜਾਬ ਦੇ ਪਾਣੀ ਵਾਸਤੇ ਲੈਣਾ ਪਿਆ, ਉਹ ਇੱਕ ਬਹੁਤ ਵੱਡੀ ਮਿਸਾਲ ਹੈ। ਤੇ ਉਸ ਸਟੈਂਡ ਦੇ ਉੱਪਰ ਉਹਨਾਂ ਨੇ ਰਹਿ ਕੇ ਜਿਹੜਾ ਹੈਗਾ ਪੰਜਾਬ ਦੇ ਇਸ ਕਿਸਾਨੀ ਅੰਦੋਲਨ ਨੂੰ ਪਾਲਿਆ, ਨਾਲ ਇਹਨੂੰ ਚਲਾਇਆ, ਤੇ ਨਾਲ ਜਦੋਂ ਮਸਲੇ ਹੱਲ ਕਰਨ ਦੀ ਗੱਲ ਆਈ ਤਾਂ ਜੋ ਜ਼ਿੰਮੇਵਾਰੀ ਉਹਨਾਂ ਨੇ ਨਿਭਾਈ ਹੈ, ਇਹ ਗੱਲ ਆਪਣੇ ਪੰਜਾਬ ਦੇ ਹਰੇਕ ਵਿਅਕਤੀ ਨੂੰ ਪਤਾ, ਇਸ ਦੇਸ਼ ਦੇ ਹਰੇਕ ਵਿਅਕਤੀ ਨੂੰ ਪਤਾ ਹੈ। ਜਿਹੜੇ ਕਾਨੂੰਨ, ਖੇਤੀ ਕਾਨੂੰਨ ਰੱਦ ਵੀ ਹੋ ਗਏ, ਪਰ ਮੇਰਾ ਸਵਾਲ ਇਹੀ ਹੈ ਵੀ ਤੁਸੀਂ ਹੁਣ ਵੋਟਾਂ ਮੰਗਣ ਲੋਕਾਂ ਨੂੰ ਕਿਵੇਂ ਐਕਸਪਲੇਨ ਕਰੋਗੇ ਇਹ ਗੱਲ, ਵੀ ਲੋਕਾਂ ਦੇ ਅੰਦਰ ਰੋਹ ਜਿਹੜਾ ਉਹ ਕਿਵੇਂ ਠੰਡਾ ਕਰੋਗੇ? ਦੇਖੋ, ਜਿਹੜਾ ਰੋਹ ਕੁਝ ਲੋਕਾਂ ਦੇ ਕੋਲ ਤਾਂ ਜਿਨ੍ਹਾਂ ਦੀ ਤਾਂ ਜਾਇਜ਼ ਸੀਗੀ ਗੱਲ, ਜਿਹੜੇ ਲੋਕ ਸਿਆਸਤ ਤੋਂ ਵਿੱਚ ਨਹੀਂ ਸੀਗੇ, ਜਿਨ੍ਹਾਂ ਦਾ ਇੱਕ ਮੁੱਦਾ ਸੀਗਾ ਕਿ ਯਾਰ ਇੱਕ ਸਾਡੀ ਰੋਟੀ ਦਾ ਮਸਲਾ ਹੈ, ਸਾਡੀ ਨਸਲ ਤੇ ਫਸਲ ਦੀ ਗੱਲ ਕਰ ਰਹੇ ਸੀਗੇ, ਉਹ ਲੋਕ ਤਾਂ ਜਿਹੜੇ ਆ ਸਮਝ ਵੀ ਗਏ, ਸਮਝਾਏ ਵੀ ਜਾ ਸਕਦੇ ਹਨ। ਇੱਕ ਆਪਣੇ ਪੰਜਾਬੀ 'ਚ ਗੱਲ ਕਹੀ ਜਾਂਦੀ ਹੈ, ਕਹਿੰਦਾ ਜਿਹੜਾ ਸੁੱਤਾ ਪਿਆ ਉਹਨੂੰ ਤਾਂ ਉਠਾਇਆ ਜਾਂਦਾ, ਜਿਹੜਾ ਮਚਲ ਕੇ ਪਿਆ ਹੋਵੇ ਉਹਨੂੰ ਕੋਈ ਉਠਾ ਨਹੀਂ ਸਕਦਾ। ਤੇ ਹੁਣ ਜਿਹੜੇ ਕੋਈ ਮਚਲ ਕੇ ਪਏ ਆ ਉਹਨਾਂ ਦਾ ਤਾਂ ਕੋਈ ਹੱਲ ਨਹੀਂ ਹੈ, ਤੇ ਜਿਹੜੇ ਦੂਜੇ ਲੋਕ ਸੀਗੇ ਉਹ ਸਾਰੇ ਸਮਝ ਚੱਕੇ ਕਿ ਉਹਨਾਂ ਦਾ ਮਸਲਾ ਹੱਲ ਹੋ ਚੁੱਕਿਆ। ਨਾਲ ਇੱਕ ਹੋਰ ਮੈਂ ਗੱਲ ਦੱਸਦਾ, ਹਰੇਕ ਵਿਅਕਤੀ ਦੇ ਦਿਮਾਗ ਦੇ ਵਿੱਚ, ਹਰੇਕ ਵਪਾਰੀ ਦੇ, ਹਰੇਕ ਕਿਸਾਨ ਦੇ, ਹਰੇਕ ਜਿਹੜਾ ਸਰਕਾਰੀ ਮੁਲਾਜ਼ਮ ਹੈ, ਉਹਦੇ ਧਿਆਨ ਦੇ ਵਿੱਚ ਬਿਲਕੁਲ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਹੈ ਉਸ ਤੋਂ ਉਹ ਅਣਜਾਣ ਨਹੀਂ ਹੈ। ਨਾਲੇ ਉਹਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਭਵਿੱਖ ਹੈ ਉਹ ਪੰਜਾਬ ਦਾ ਕੇਂਦਰ ਦੇ ਨਾਲ ਜੁੜਿਆ ਪਿਆ। ਅੱਜ ਸਾਡੀ ਇੱਕ ਵੋਟ ਜਦੋਂ ਅਸੀਂ ਪੋਲ ਕਰਨੀ ਹੈ, ਸਾਨੂੰ ਦੋ ਸਰਕਾਰਾਂ ਮਿਲਣੀਆਂ, ਪੰਜਾਬ ਦੀ ਸਰਕਾਰ ਤੇ ਭਾਰਤ ਦੀ ਸਰਕਾਰ। ਤੇ ਜਿਹੜਾ ਬਹੁਤ ਵੱਡਾ ਜਿਹੜਾ ਟੈਕਸ ਕੇਂਦਰ ਕੋਲ ਜਾਂਦਾ ਹੈ, ਬਹੁਤ ਵੱਡੀਆਂ ਸਹੂਲਤਾਂ ਜਿਹੜੀਆਂ ਕੇਂਦਰ ਦੇ ਸਕਦਾ ਹੈ, ਕਦੇ ਵੀ ਰਾਜ ਸਰਕਾਰ ਜਿਹੜੀ ਹੈ ਕਾਮਯਾਬ ਨਹੀਂ ਹੋ ਸਕਦੀ ਬਿਨਾਂ ਕੇਂਦਰ ਸਰਕਾਰ ਦੀ ਮਦਦ ਤੋਂ। ਤੇ ਜਿਹੜਾ ਫਿਰ ਸੀਐਮ ਸਾਹਿਬ ਦਾ ਤੁਹਾਨੂੰ ਲੱਗਦਾ ਵੀ ਪ੍ਰਧਾਨ ਮੰਤਰੀ ਸਾਹਿਬ ਦਾ ਦੌਰਾ ਰੱਦ ਹੋਇਆ ਸੀ, ਉਹਦੇ ਨਾਲ ਵੱਡੇ ਅਸਾਰ ਦੀ ਸੰਭਾਵਨਾ ਹੈਗੀ ਸੀ ਕਿ ਬਹੁਤ ਵੱਡੇ ਜਿਹੜੇ ਐਲਾਨ ਹੋ ਸਕਦੇ ਸੀ? ਨਹੀਂ, ਭਵਿੱਖ ਦੇ ਵਿੱਚ ਵੀ ਹੋਣਗੇ ਜੀ, ਕੰਮ ਵੀ ਹੋਣਗੇ, ਐਲਾਨ ਨਹੀਂ ਹੋਣਗੇ, ਕੰਮ ਹੀ ਹੋਣਗੇ ਉਹ ਵਾਲੇ। ਇਸ ਤੋਂ ਵੱਧ ਜਿਹੜੇ ਹੈਗੇ ਕੰਮ ਕਰਕੇ ਦਿਖਾਵਾਂਗੇ। ਇਹ ਐਲਾਨਾਂ ਦਾ ਸਮਾਂ ਨਹੀਂ। ਹੁਣ ਅੱਜ ਸਾਨੂੰ ਫੌਰੀ ਤੌਰ ਦੇ ਉੱਪਰ ਪੰਜਾਬ ਦੇ ਲੋਕਾਂ ਨੂੰ ਸਲਾਹ ਦੀ ਲੋੜ ਨਹੀਂ, ਮਦਦ ਦੀ ਲੋੜ ਹੈ। ਤੇ ਉਹ ਕੋਈ ਵੀ ਕੰਮ ਅਜਿਹਾ ਨਹੀਂ ਹੋਊਗਾ ਜਿਹੜਾ ਨਹੀਂ ਹੋਊਗਾ ਜੀ। ਜਿਹੜਾ ਕਾਂਗਰਸੀ ਕੇਡਰ ਹੈ, ਮਤਲਬ ਕਾਂਗਰਸੀ ਵੋਟ ਬੈਂਕ ਹੁਣ ਤੱਕ ਤੁਹਾਡੇ ਨਾਲ ਰਿਹਾ, ਉਹਨੂੰ ਹੁਣ ਤੁਸੀਂ ਕਿਵੇਂ ਜੋੜੋਗੇ? ਕਿਉਂਕਿ ਬ੍ਰਹਮਿੰਦਰਾ ਸਾਹਿਬ ਦਾ ਬੇਟਾ ਜਿਹੜਾ ਉਹ ਵੀ ਇੱਥੋਂ ਲੜ ਰਿਹਾ ਚੋਣ, ਤੇ ਦੂਜਿਆਂ ਲਈ ਸੌਖਾ ਨਹੀਂ ਹੋਗਾ ਚੋਣ ਲੜਨੀ ਇੱਥੋਂ, ਕਿਉਂਕਿ ਤੁਸੀਂ ਦਫਾੜ ਹੋ ਗਏ, ਕਾਂਗਰਸ ਦਾ ਗੜ੍ਹ ਸੀਗਾ ਇਲਾਕਾ ਇਹ। ਬਿਲਕੁਲ ਜੀ, ਬਿਲਕੁਲ। ਇੱਕ ਪੰਜਾਬੀ 'ਚ ਕਹਾਵਤ ਹੁੰਦੀ ਹੈ, ਕਹਿੰਦਾ ਜੀ ਇੱਕ ਬੰਦੇ ਨੇ ਨਾ ਮੱਝ ਦੇ ਕੰਮ 'ਚ ਹਿੱਸਾ ਪਾਲਿਆ, ਕਹਿੰਦਾ ਮੱਝ ਨੂੰ ਕਹਿੰਦਾ ਅਗਲਾ ਪਾਸਾ ਤੇਰਾ, ਕਹਿੰਦਾ ਪਿੱਛੇ ਵਾਲਾ ਮੇਰਾ। ਤੇ ਬ੍ਰਹਮਿੰਦਰੇ ਦੀ ਵੀ ਕਾਂਗਰਸ ਪਾਰਟੀ ਦੇ ਵਿੱਚ ਸੇਮ ਹੀ ਜਿਹੜੀ ਹੁੰਦਾ ਹੈ ਕਿ ਉਹਨਾਂ ਨੇ ਵੀ ਜਿਹੜੀ ਕਾਂਗਰਸ ਦੀ ਮੱਝ ਹੈ ਨਾ, ਉਹਦੇ ਵਿੱਚ ਸਿਰਫ ਪਿੱਛੇ ਵਾਲਾ ਪਾਸਾ ਆਪਣੇ ਕੋਲ ਨਹੀਂ ਰੱਖਿਆ ਪਿਆ। ਜਿਹੜੀ ਕਾਂਗਰਸ ਦੀ ਵਰਕਰ ਹੈ, ਕਾਂਗਰਸ ਦੀ ਲੀਡਰਸ਼ਿਪ ਹੈ, ਉਹਨੂੰ ਸਿਰਫ ਅਗਲਾ ਪਾਸਾ ਦਿੱਤਾ ਕਿ ਤੁਸੀਂ ਸਿਰਫ ਵੋਟਾਂ ਪਾਓ, ਆਪਣਾ ਧਰਮ ਨਿਭਾਓ, ਕਾਂਗਰਸ ਦਾ ਫਰਜ਼ ਨਿਭਾਓ। ਪਹਿਲਾਂ ਮੈਨੇ 8 ਵਾਰੀ ਟਿਕਟ ਲਿੱਤੀ ਹੈ, ਅਗਲੀ ਵਾਰੀ 8 ਵਾਰੀ ਟਿਕਟ ਲੈਣ ਵਾਸਤੇ ਮੇਰਾ ਮੁੰਡਾ ਤੁਹਾਡੇ ਕੋਲ ਹੈ। ਤੇ ਇਹ ਜਿਹੜਾ ਹਿੱਸਾ ਹੈਗਾ ਕਾਂਗਰਸ ਪਾਰਟੀ ਨੇ
ਜਿਹੜੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਚੱਲਣ ਨਹੀਂ ਦੇਣਾ। ਇਸ ਵਾਰੀ ਜਦੋਂ ਇਹਨੇ ਉਹਦੇ ਥਣਾ ਨੂੰ ਹੱਥ ਪਾਣਾ ਹੈ, ਇਹਨਾਂ ਨੇ ਮੂੰਹ ਤੇ ਡਾਂਗ ਮਾਰਨੀ ਹੈ ਮੱਝ ਦੇ। ਤੇ ਜਿਹੜੀ ਇਹ ਅੱਜ ਤੱਕ ਹਿੱਸੇਦਾਰੀ ਬ੍ਰਹਮਿੰਦਰਾ ਜੀ ਦੀ ਕਾਂਗਰਸ ਦੀ ਸੇਵਾ, ਦੁੱਧ ਤੁਸੀਂ ਲਾਓਗੇ? ਨਹੀਂ ਜੀ ਨਹੀਂ, ਦੁੱਧ ਉਹਨੂੰ ਜਿਹੜਾ ਕਾਂਗਰਸ ਪਾਰਟੀ ਦੀ ਗੱਲ ਕਰ ਰਿਹਾ ਕਿ ਕਾਂਗਰਸ ਪਾਰਟੀ ਦੇ ਨਾਮ ਦੇ ਤੌਰ ਤੇ ਉਹ ਐਮਐਲਏ ਬੰਦੇ ਰਹੇ, ਤੇ ਵਰਕਰ ਦਾ ਜਿਹੜਾ ਸੀਗਾ ਜ਼ਿੰਮੇਵਾਰੀ ਸਿਰਫ ਉਹਨਾਂ ਨੂੰ ਵੋਟ ਪਾਉਣ ਤੱਕ ਸੀਗੀ। ਮੇਰੇ ਕਹਿਣ ਦਾ ਮਤਲਬ ਇਹ ਹੈ। ਤੇ ਉਸ ਤੋਂ ਬਾਅਦ ਜੇ ਅੱਜ ਕਾਂਗਰਸ ਦੇ ਹਰੇਕ ਵਰਕਰ ਦੇ ਗੱਲ ਧਿਆਨ ਚ ਹੈ ਕਿ ਇੱਕ ਸਿਰਫ ਤੇ ਸਿਰਫ ਫਰਜ਼ ਕਿ ਮੈਨੂੰ ਟਿਕਟ ਚਾਹੀਦੀ ਆ, ਉਸ ਤੋਂ ਅੱਗੇ ਮੇਰੇ ਮੁੰਡੇ ਨੂੰ 8 ਸਾਲ ਟਿਕਟ ਦਿਓ। ਤੇ ਉਸ ਦੇ ਖਿਲਾਫ ਜਿਹੜਾ ਕਾਂਗਰਸ ਦਾ ਵਰਕਰ ਹੈ, ਅੱਜ ਜਿਹੜੀ ਕਾਂਗਰਸ ਖਤਮ ਵੀ ਹੋਈ ਹੈ, ਕਾਂਗਰਸ ਦਾ ਜਿਹੜਾ ਇਤਿਹਾਸ ਬਹੁਤ ਕੁਝ ਜਿਹੜਾ ਇਸ ਹਿੰਦੁਸਤਾਨ ਨੂੰ ਦੇਣ ਰਹੀ ਹੈ, ਉਸ ਦੇ ਵਿੱਚ ਜੇ ਕਾਂਗਰਸ ਪਾਰਟੀ ਖਤਮ ਹੋਈ ਹੈ ਤਾਂ ਇਹ ਬ੍ਰਹਮਿੰਦਰੇ ਵਰਗੇ ਜਿਹੜੇ ਸਾਡੇ ਲੀਡਰ ਸੀਗੇ, ਜਿਹੜੇ ਇੱਕ ਤਰ੍ਹਾਂ ਦੀ ਰਾਜਨੀਤਿਕ ਸਿਉਂਕ ਸੀਗੀ, ਜਿਨੇ ਇਸ ਪੰਜਾਬ ਨੂੰ ਵੀ, ਇਸ ਦੇਸ਼ ਨੂੰ ਵੀ ਤੇ ਕਾਂਗਰਸ ਨੂੰ ਖਾਇਆ। ਤੇ ਅੱਗੇ ਆਉਣ ਵਾਸਤੇ ਉਹਨਾਂ ਦੇ ਜਿਹੜੇ ਬੱਚੇ ਆ ਆਪਣੇ ਜਨਮ ਸਰਟੀਫਿਕੇਟ ਲੈ ਕੇ ਨਹੀਂ ਜੰਮਦੇ, ਉਹਦੇ ਵਿੱਚ ਨਾਲ ਦਰਜ ਹੁੰਦਾ ਕਿ ਕਾਂਗਰਸ ਦੀ ਟਿਕਟ ਕੱਲੇ ਇਹਨਾਂ ਨੂੰ ਮਿਲਣੀ ਹੈ। ਕੈਪਟਨ ਸਾਹਿਬ ਨੇ ਉਹਨਾਂ ਨੂੰ ਸਿਹਤ ਮੰਤਰੀ ਬਣਾ ਕੇ ਰੱਖਿਆ, ਕੋਈ ਉਹਨਾਂ ਨਾਲ ਵਿਤਕਰਾ ਨਹੀਂ ਕੀਤਾ? ਦੇਖੋ ਜੀ, ਜਿਹੜੀ ਪਾਰਟੀ ਦੀ ਗੱਲ ਹੈ, ਹਾਈ ਕਮਾਂਡ ਦੀ ਗੱਲ ਹੈ, ਉਹਦੇ ਵਿੱਚ ਜਿਸ ਤਰੀਕੇ ਦੇ ਫੈਸਲੇ ਪਾਰਟੀ ਹਾਈ ਕਮਾਂਡ ਨੇ ਲਿੱਤੇ, ਕੈਪਟਨ ਸਾਹਿਬ ਦੀ ਸਲਾਹ ਦੇ ਨਾਲ ਲਿੱਤੇ, ਉਹਨਾਂ ਨੂੰ ਪੰਜਾਬ ਦਾ ਸਿਹਤ ਮੰਤਰੀ ਬਣਾਇਆ ਗਿਆ, ਉਹਨਾਂ ਨੂੰ ਲੋਕਲ ਬੋਡੀਜ਼ ਮਿਨਿਸਟਰੀ ਦੇ ਤੌਰ ਤੇ ਕੰਮ ਕਰਨ ਦਾ ਬਹੁਤ ਵੱਡਾ ਇੱਕ ਮੌਕਾ ਮਿਲਿਆ। ਅਸੀਂ ਤਾਂ ਇਹ ਕਹਿੰਦੇ ਹਾਂ ਕਿ ਮੁੱਖ ਮੰਤਰੀ ਦੋ ਹੁੰਦੇ ਆ, ਜਿਹੜਾ ਲੋਕਲ ਬੋਡੀਜ਼ ਮਿਨਿਸਟਰ ਉਹ ਸ਼ਹਿਰਾਂ ਦਾ ਮੁੱਖ ਮੰਤਰੀ ਹੁੰਦਾ। ਤੇ ਅੱਜ ਜੋ ਸੰਤਾਪ ਪਟਿਆਲਾ 2 ਦੇ ਵਿੱਚ ਜਿਹੜੀ ਦਿਹਾਤੀ ਸੀਟ ਹੈ, ਇਹਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਉੱਥੇ ਦੇ ਜਿਹੜੇ ਲਗਭਗ 30 ਕੌਂਸਲਰ ਸੀਗੇ ਉਹਨਾਂ ਨੂੰ ਖਤਮ ਕਰਕੇ ਸਾਰਾ ਵਿਕਾਸ ਜਿਹੜਾ ਸੀਗਾ ਉਹ ਇੰਪਰੂਵਮੈਂਟ ਟਰਸਟ ਪਟਿਆਲਾ ਕੋਲ ਲੈ ਕੇ ਆਂਦਾ। ਉਹਨਾਂ ਦਾ ਜਿਹੜਾ ਇੱਕ ਹੱਕ ਸੀਗਾ ਕਿ ਕਿਹੜਾ ਕੰਮ ਹੋਣਾ ਚਾਹੀਦਾ ਹੈ, ਕਿਹੜਾ ਕੰਮ ਜਿਹੜਾ ਲੋਕਾਂ ਦੀ ਪ੍ਰਾਇੋਰਟੀ ਹੈ, ਉਹਨਾਂ ਤੋਂ ਅਧਿਕਾਰ ਲੈ ਲਿਆ। ਸਿਰਫ ਉਹ ਇੱਕ ਕੌਂਸਲਰ ਨਾਮ ਦੇ ਰਹਿ ਗਏ। ਟੋਟਲ ਡਿਵੈਲਪਮੈਂਟ ਉਹਨਾਂ ਨੇ ਜਿਹੜੀ ਆਪਣੀ ਟਰਸਟ ਤੋਂ ਕਰਾਈ, ਇਹ ਉਹਨਾਂ ਦਾ ਸੰਵਿਧਾਨਕ ਹੱਕ ਵੀ ਸੀਗਾ, ਉਹਨਾਂ ਨੇ ਪੂਰਾ ਕੀਤਾ। ਉਸ ਧੱਕੇ ਦੇ ਰਿਜ਼ਲਟ ਜਿਹੜੇ ਆ ਤੁਸੀਂ ਜ਼ਰੂਰ 5 ਮਿੰਟ ਜਿਹੜਾ ਕਾਰਪੋਰੇਸ਼ਨ ਦੇ ਕੰਮਕਾਰ ਜਿਹੜੇ ਹੈਗੇ 15 ਦਿਨ ਪਹਿਲਾਂ ਸੜਕਾਂ ਬਣੀਆਂ ਪਈਆਂ ਜ਼ਰੂਰ ਦੇਖ ਕੇ ਜਾਣਾ, ਤੁਹਾਨੂੰ ਪੁੱਛ ਕੇ ਵੀ ਜਾਣਾ ਲੋਕਾਂ ਨੂੰ, ਤੇ ਤੁਹਾਨੂੰ ਇਸ ਦੇ ਉੱਪਰ ਇੱਕ ਇੰਟਰਵਿਊ ਕਰਨੀ ਚਾਹੀਦੀ ਹੈ। ਮੈਨੂੰ ਬੜਾ ਮਾਣ ਹੈ, ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਇਸ ਸਵੱਛਤਾ ਸਰਵੇਖਣ 'ਚ ਸਾਡਾ ਜਿਹੜਾ ਪੰਜਾਬ ਹੈ, ਉਹ ਸਾਡਾ ਪਟਿਆਲਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਦੇ ਉੱਪਰ ਆਇਆ। ਤੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਲੋਕਲ ਬੋਡੀਜ਼ ਮਿਨਿਸਟਰ ਜਿਹੜਾ ਪਿੱਛੇ ਸਾਡਾ ਸਮਾਂ ਨਿਕਲਿਆ ਜੋ ਕਰ ਸਕਦੇ ਸੀਗੇ, ਉਹਨਾਂ ਦੀ ਉਰੇ ਬੜੀ ਗੈਰ ਮੌਜੂਦਗੀ ਰਹੀ ਹੈ। ਕਰੋਨਾ ਦੇ ਸਮੇਂ ਦੇ ਵਿੱਚ ਕਿਤੇ ਇੱਕ ਦਿਨ ਨਹੀਂ ਖੜੇ, ਪੰਜਾਬ ਦੇ ਇਸ ਪਟਿਆਲੇ ਦੇ ਵਿਕਾਸ ਵਾਸਤੇ ਇੱਕ ਦਿਨ ਨਹੀਂ ਖੜੇ। ਤੇ ਜਦੋਂ ਮੈਡੀਕਲ ਮਿਨਿਸਟਰ ਸੀਗੇ, ਉਹ ਹੈਲਥ ਮਿਨਿਸਟਰ ਸੀਗੇ, ਤਾਂ ਉਸ ਸਮੇਂ ਦੇ ਵਿੱਚ ਇੱਕ ਨਵਾਂ ਪੈਸਾ ਧੇਲਾ ਉਹਨਾਂ ਨੇ ਆਪਣੇ ਇਸ ਹਲਕੇ ਦੇ ਕਿਸੇ ਡਿਸਪੈਂਸਰੀ ਵਾਸਤੇ, ਕਿਸੇ ਕਲੀਨਿਕ ਵਾਸਤੇ ਨਹੀਂ ਲਿਆਂਦਾ। ਇਹ ਇਸ ਇਲਾਕੇ ਦੇ ਬੜੇ ਮਾੜੇ ਭਾਗ ਸੀਗੇ, ਪੰਜਾਬ ਦੇ ਕਾਂਗਰਸ ਦੇ ਮਾੜੇ ਭਾਗ ਹੈ ਕਿ ਅਜਿਹੇ ਮੰਤਰੀ ਜਿਹੜੇ ਹੈਗੇ, ਜਿਹੜੇ ਆਪਣੇ ਹਲਕੇ 'ਚ ਨਹੀਂ ਕੰਮ ਕਰ ਪਾਉਂਦੇ, ਉਹਨਾਂ ਨੂੰ ਪੰਜਾਬ ਦਾ ਕੰਮ ਕਰਨ ਦਾ ਮੌਕਾ ਮਿਲਿਆ। ਮੇਰਾ ਸਵਾਲ ਉਹੀ ਹੈ ਕਿ ਤੁਹਾਨੂੰ ਸ਼ਹਿਰ ਦੇ ਵਿੱਚ ਕੰਮ ਕਰਨ ਦਾ ਤਜਰਬਾ ਹੈਗਾ, ਹੁਣ ਪਿੰਡਾਂ ਦੇ ਵਿੱਚ ਨਿਕਲ ਰਹੇ ਹੋ, ਪਿੰਡਾਂ ਦਾ ਸਮੱਸਿਆਵਾਂ ਵੱਖਰੀਆਂ, ਸ਼ਹਿਰ ਦੀਆਂ ਸਮੱਸਿਆਵਾਂ ਵੱਖਰੀਆਂ। ਪਿੰਡਾਂ ਦਾ ਤਜਰਬਾ ਮੇਰੇ ਨਾਲ ਪੂਰਾ ਹੈ। ਮੇਰਾ ਜੀਵਨ ਜਿਹੜਾ ਹੈਗਾ, ਅਸੀਂ ਖੇਤੀ ਨਾਲ, ਮੈਂ ਆਪ ਡੈਰੀ ਫਾਰਮਿੰਗ ਦੇ ਕੰਮ ਦੇ ਨਾਲ ਜੁੜਿਆ ਪਿਆ ਵਿਅਕਤੀ ਹਾਂ, ਤਾਂ ਮੈਨੂੰ ਕੋਈ ਅਜਿਹੀ ਗੱਲ ਨਹੀਂ ਕਿ ਮੈਨੂੰ ਪਿੰਡਾਂ ਬਾਰੇ ਨਹੀਂ ਪਤਾ ਜਾਂ ਪਿੰਡਾਂ ਦੇ ਕੰਮਕਾਰ ਬਾਰੇ ਨਹੀਂ ਪਤਾ। ਹਾਂਜੀ। ਤੇ ਪਟਿਆਲਾ ਦਿਹਾਤੀ ਦੀਆਂ ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਤੁਹਾਡੇ ਨਜ਼ਰ ਦੇ ਵਿੱਚ ਉੱਭਰ ਕੇ ਆਈਆਂ ਨੇ ਵੀ ਇਹ ਕੰਮ ਜ਼ਿਆਦਾ ਹੋਣ ਵਾਲਾ? ਪਟਿਆਲਾ ਦਿਹਾਤੀ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਹੈਗੀ, ਇਸ ਸਮੇਂ ਇੱਕ ਮਾਡਲ ਟਾਊਨ ਡਰੇਨ ਸਾਡੀ ਜਾਂਦੀ ਹੈ, ਉਹਨੂੰ ਕਵਰ ਕਰਕੇ ਇੱਕ ਬਹੁਤ ਚੌੜੀ ਸੜਕ ਜਿਹੜੀ ਹੈ ਉੱਥੇ ਨਿਕਲ ਸਕਦੀ ਹੈ, ਜਿਹੜੀ ਬਾਰਨ ਤੋਂ ਸ਼ੁਰੂ ਹੋ ਕੇ ਜਿਹੜੀ ਨਦੀ ਤੱਕ ਜਾਂਦੀ ਹੈ। ਇਹਦੇ ਨਾਲ ਜਿਹੜਾ ਹੈਗਾ ਬਹੁਤ ਵੱਡਾ ਰਕਬਾ ਜਿਹੜਾ ਪਟਿਆਲਾ ਦਿਹਾਤੀ ਦਾ ਜੁੜਿਆ ਪਿਆ। ਇਹ ਸੜਕ ਚੌੜੀ ਹੋਣ ਦੇ ਨਾਲ ਇੱਕ ਬਹੁਤ ਵੱਡੀ ਜਿਹੜੀ ਸਾਡੀ ਟ੍ਰੈਫਿਕ ਦੀ ਸਮੱਸਿਆ ਵੀ ਖਤਮ ਹੋਏਗੀ। ਦੂਜਾ, ਸਾਡਾ ਸਰਹੰਦ ਬਾਈਪਾਸ ਤੋਂ ਸ਼ੁਰੂ ਹੋ ਕੇ ਜਿਹੜਾ ਬੰਦਾ ਚੱਲਦਾ ਹੈ, ਇਹ ਬੰਦੇ ਦੀ ਚੌੜਾਈ ਜਿਹੜੀ 80 ਫੁੱਟ ਹੈ, ਇਹਨੂੰ ਸੜਕ ਬਣਾ ਕੇ 2 ਇਸ ਦੇ ਵਿੱਚ ਓਵਰ ਬ੍ਰਿਜ ਬਣਾਉਣੇ ਪੈਣਗੇ। ਇੱਕ ਜਿੱਥੇ ਰੇਲਵੇ ਦਾ ਹੈਗਾ, ਰੇਲਵੇ ਨੂੰ ਕ੍ਰੋਸਿੰਗ ਹੈਗੀ, ਤੇ ਦੂਜੀ ਜਿਹੜੀ ਆ ਰਾਜਪੁਰਾ ਰੋਡ ਦੇ ਉੱਪਰ। ਤੇ ਇਸ ਦੇ ਨਾਲ ਇਹ ਸਾਰੇ ਜਿਹੜਾ ਬੰਦੇ ਦੇ ਨਾਲ ਡਕਾਲੇ ਤੱਕ ਜਾਊਗਾ। ਇਹ ਪਟਿਆਲੇ ਦੀ ਟ੍ਰੈਫਿਕ ਦੀ ਸਮੱਸਿਆ ਨੂੰ, ਨਦੀ ਦੇ ਨਾਲ ਜਦੋਂ 80 ਫੁੱਟ ਚੌੜੀ ਸੜਕ ਬਣ ਗਈ, ਤੇ ਜਿਹੜੇ ਵੀ ਅਸੀਂ ਲੋਕ ਰਾਜਪੁਰਾ ਰੋਡ ਨੂੰ ਯੂਜ਼ ਕਰਦੇ ਹਾਂ, ਫੁਆਰਾ ਚੌਂਕ ਦੇ ਉੱਪਰ ਫਸਦੇ ਹਾਂ,
ਸਰਹੰਦ ਰੋਡ ਦੇ ਉੱਪਰ, ਦੁੱਖ ਨਿਵਾਰਨ ਸਾਹਿਬ ਦੇ ਉੱਪਰ ਜਿਹੜਾ ਹੈਗਾ, ਇਹ 95% ਟ੍ਰੈਫਿਕ ਜਿਹੜਾ ਇਸ ਸੜਕ ਦੇ ਉੱਪਰ ਚੱਲਣਾ, ਤੇ ਬਹੁਤ ਕੋਈ ਵੱਡਾ ਪੈਸਾ ਵੀ ਨਹੀਂ ਲੱਗਣਾ। ਕੇਂਦਰ ਸਰਕਾਰ ਦੀ ਇੱਕ ਸਕੀਮ ਹੈ ਜਿਹਦੇ ਵਿੱਚ ਇਸ ਪ੍ਰੋਪਰਟੀ ਜਿਹੜੀ ਹੈ ਸਰਕਾਰ ਕੋਲ ਹੋਵੇ, ਤਾਂ ਜਿਹੜੇ ਬਾਕੀ ਫੰਡਿੰਗ ਹੈ ਉਹ ਸੈਂਟਰ ਗਵਰਨਮੈਂਟ ਕਰਦੀ ਹੈ। ਕਪੂਰਥਲੇ ਦੇ ਵਿੱਚ ਸੇਮ ਜਿਹੜੀ ਸੀਗੀ ਇੱਕ ਸੜਕ ਜਿਹੜੀ ਹੈ ਬਣਾਈ ਹੈ ਪਹਿਲਾਂ। ਤੇ ਸੰਜੀਵ ਬਿੱਟੂ ਦੀ ਕਿਹੜੀ ਪਾਰਟੀ ਨਾਲ ਟੱਕਰ ਲੱਗਦੀ ਹੈ? ਵੀ ਤੁਹਾਡੀ ਹੁਣ ਜਿਹੜੀ ਆ ਚੋਣਾਂ ਦੇ ਵਿੱਚ ਪਟਿਆਲਾ ਦਿਹਾਤੀ ਦੇ ਵਿੱਚ ਕਿਹੜੀ ਪਾਰਟੀ ਹੈ? ਕਾਂਗਰਸ ਹੈ, ਅਕਾਲੀ ਦਲ ਹੈ, ਆਪ ਹੈ, ਕਿਹਦੇ ਨਾਲ ਟੱਕਰ ਤੁਹਾਡੀ ਸਮਝਦੇ ਹੋ ਆਪਣੀ? ਦੇਖੋ, ਸਾਡੀ ਟੱਕਰ ਤਾਂ ਕਿਸੇ ਨਾਲ ਨਹੀਂ ਹੈ, ਕਿਉਂਕਿ ਤਿੰਨੋਂ ਪਾਰਟੀਆਂ, ਚਾਹੇ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਸਾਡੇ ਉਰੇ ਆਮ ਆਦਮੀ ਪਾਰਟੀ ਹੈ, ਇਹ ਤਿੰਨੋਂ ਪਾਰਟੀਆਂ ਦੇ ਕੋਲ ਕੋਈ ਵੀ ਅਜਿਹਾ ਏਜੰਡਾ ਨਹੀਂ ਜਿਹਦੇ ਨਾਲ ਇਹ ਕੋਈ ਨਵੀਂ ਚੀਜ਼ ਐਡ ਕਰ ਸਕਣ। ਇਹ ਜਿਹੜੀਆਂ ਇਹਨਾਂ ਦੀ ਸਲਾਹਾਂ, ਇਹਨਾਂ ਦੇ ਮਾਡਲ ਹੈ, ਉਹ ਖੂਹ ਦੀ ਮਿੱਟੀ ਖੂਹ ਤੇ ਲਾਉਣ ਵਾਲੀ ਹੈ, ਬਾਹਰ ਤੋਂ ਕੁਝ ਐਡ ਕਰਨ ਵਾਸਤੇ ਨਹੀਂ ਹੈ। ਤੇ ਇਹਨਾਂ ਤਿੰਨੋਂ ਪਾਰਟੀਆਂ ਦਾ ਏਜੰਡਾ ਸਾਨੂੰ ਮੌਕਾ ਦਿਓ। ਕਾਂਗਰਸ ਪਾਰਟੀ ਦੇ ਵਿੱਚ ਸਿੱਧੂ ਸਾਹਿਬ ਕਹਿੰਦੇ ਸਾਨੂੰ ਮੌਕਾ ਦਿਓ, ਕੇਜਰੀਵਾਲ ਜੀ ਕਹਿ ਰਹੇ ਸਾਨੂੰ ਮੌਕਾ ਦਿਓ, ਅਕਾਲੀ ਦਲ ਵਾਲੇ ਕਹਿੰਦੇ ਸਾਨੂੰ ਮੌਕਾ ਦਿਓ। ਮੌਕਾ ਚਾਹੀਦਾ ਕਿਸ ਚੀਜ਼ ਦਾ ਹੈ? ਮੌਕਾ ਜਿਹੜਾ ਚਾਹੀਦਾ ਇਹਨਾਂ ਨੂੰ, ਰਾਹੁਲ ਗਾਂਧੀ ਜੀ ਨੇ ਪ੍ਰਧਾਨ ਮੰਤਰੀ ਬਣਨ ਵਾਸਤੇ, ਹੁਣ ਜਿਹੜੀ ਸਰਕਾਰ ਸੀ ਪਿਛਲੀ ਸਰਕਾਰ ਤੁਹਾਡੀ ਹੀ ਰਹੀ ਨਾ ਜੀ। ਹਾਂਜੀ ਹਾਂ। ਫਿਰ ਹੁਣ ਮੌਕਾ ਦਿੱਤਾ ਹੋਇਆ ਸੀ ਲੋਕਾਂ ਨੇ। 4.5 ਸਾਲ ਮੁੱਖ ਮੰਤਰੀ ਸਾਹਿਬ ਰਹੇ ਨੇ ਕੈਪਟਨ ਅਮਰਿੰਦਰ ਸਿੰਘ। ਜਿਹੜਾ ਰਹੇ ਆ ਜੀ, ਉਹ ਸਮਾਂ ਸਾਡੇ ਸਾਹਮਣੇ ਆ। ਜੋ ਕਰੋਨਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤ ਠੀਕ ਰਹੇ, ਪਟਿਆਲੇ ਦੇ ਵਿੱਚ ਕੋਈ ਆਕਸੀਜਨ ਦੀ ਕਮੀ ਨਹੀਂ ਹੋਣ ਦਿੱਤੀ, 10 ਸ਼ਹਿਰਾਂ ਦਾ 10 ਜ਼ਿਲ੍ਹਿਆਂ ਦਾ ਜਿਹੜਾ ਭਾਰ ਪਟਿਆਲੇ ਨੇ ਚੱਕਿਆ, ਸਾਡੇ ਰਜਿੰਦਰਾ ਹਸਪੀਟਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਸ ਸਮੇਂ ਨੂੰ ਕੱਟਿਆ ਗਿਆ। ਤੇ ਮੈਂ ਤਾਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਹੜੀ ਰਾਜਨੀਤੀ ਹੈ ਜਾਂ ਜ਼ਿੰਦਗੀ ਹੈ, ਉਹ ਪਿਛਲੇ ਜਿਹੜੇ ਤੁਹਾਡੇ ਐਕਸਪੀਰੀਅੰਸ ਹੈ ਉਹਨੂੰ ਲੈ ਕੇ ਅੱਗੇ ਤੁਸੀਂ ਜਿਹੜੇ ਫੈਸਲੇ ਲੈਣੇ ਹੋ। ਅੱਜ ਪੰਜਾਬ ਦੇ ਲੋਕਾਂ ਦੇ ਵਾਸਤੇ ਇੱਕ ਬਿਲਕੁਲ ਇੱਕ ਮੁਸ਼ਤ ਫੈਸਲਾ ਜਿਹੜਾ ਲੈਣਾ ਪਊਗਾ ਕਿ ਸਾਨੂੰ ਡਬਲ ਇੰਜਨ ਸਰਕਾਰ ਚਾਹੀਦੀ ਹੈ, ਤੇ ਜਿਸ ਦੇ ਨਾਲ ਪੰਜਾਬ ਤੇ ਰਾਜ ਸਰਕਾਰ ਮਿਲ ਕੇ ਅਸੀਂ ਕੰਮ ਕਰ ਸਕੀਏ। ਜਿਹੜਾ ਤੁਸੀਂ ਹੁਣ ਕਰੋਨਾ ਕਾਲ ਦੀ ਗੱਲ ਕਰੀ ਹੈ, ਉਦੋਂ ਰਜਿੰਦਰਾ ਹਸਪੀਟਲ ਦੀ ਵੀ ਗੱਲ ਕਰੀ ਹੈ, ਉਹ ਹਾਲਾਤ ਉਦੋਂ ਵਾਲੇ ਵਧੀਆ ਨਹੀਂ ਰਹੇ, ਲੋਕ ਤੰਗ ਸੀਗੇ ਉਦੋਂ। ਵੀਰ ਜੀ, ਤੰਗ ਮੈਂ ਬੇਨਤੀ ਉਹੀ ਗੱਲ ਕਰਾਂਗਾ, ਤੰਗ ਤਾਂ ਇਹ ਸੀਗਾ ਕਿ ਬੰਦਾ 10 ਲੱਖ ਰੁਪਏ ਲਾ ਕੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਅਖੀਰ ਤੇ ਜਦੋਂ ਪਹੁੰਚ ਜਾਂਦਾ ਸੀ ਰਜਿੰਦਰਾ ਹਸਪੀਟਲ, ਉਹ ਲੋਕ ਤੰਗ ਸੀਗੇ। ਤੰਗ ਤਾਂ ਹਸਪੀਟਲ ਵਾਲਿਆਂ ਤੋਂ ਸੀਗੇ ਕਿ ਜਿਹੜੇ ਬੰਦਿਆਂ ਨੇ ਤੁਹਾਡੇ ਉਦੋਂ 10-10 ਲੱਖ ਦੇ ਬਿੱਲ ਬਣਾਏ, ਤੇ ਅਖੀਰਲੇ ਸਮੇਂ 'ਚ ਤੁਹਾਨੂੰ ਕਹਿੰਦੇ ਸੀਗੇ ਲੈਵਲ 3 ਦਾ ਪੇਸ਼ੈਂਟ ਕਿਸੇ ਹਸਪੀਟਲ ਨੇ ਰੱਖੇ ਨਹੀਂ, ਉਦੋਂ 10 ਜ਼ਿਲ੍ਹਿਆਂ 'ਚ ਨਹੀਂ ਰੱਖਿਆ। ਸਾਡੇ ਕੋਲ ਰਾਜਸਥਾਨ ਤੋਂ, ਹਰਿਆਣੇ ਤੋਂ, ਹਿਮਾਚਲ ਤੋਂ ਲੋਕ ਆਉਂਦੇ ਰਹੇ, ਦਿੱਲੀ ਤੱਕ ਦੇ ਲੋਕ ਜਿਹੜੇ ਪਟਿਆਲੇ ਆਉਂਦੇ ਰਹੇ। ਤੁਸੀਂ ਜਿਹੜਾ ਦੋਨੋਂ ਪੱਖ ਦੱਸਿਆ ਕਰੋ, ਤੁਸੀਂ ਇਹ ਵੀ ਨਾਲ ਦੱਸਿਆ ਕਰੋ ਕਿ ਇਹਨਾਂ ਸਟੇਟਾਂ ਦੇ ਵੱਡੇ ਹਸਪੀਟਲਾਂ ਦੇ ਲੋਕ ਵੀ ਕਿੱਥੇ ਆਉਂਦੇ ਸੀ, ਪਟਿਆਲੇ ਰਿਕਾਰਡ ਦੇ ਉੱਪਰ ਹੈ ਸਾਰਾ ਕੁਝ। ਹਾਂਜੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਿਹੜਾ ਪਟਿਆਲਾ ਸੀ, ਇਹ ਧਰਨਿਆਂ ਦਾ ਗੜ੍ਹ ਬਣ ਚੁੱਕਿਆ ਸੀ। ਕੋਈ ਸੜਕ ਇਹੋ ਜਿਹੀ ਨਹੀਂ ਸੀ ਜਿੱਥੇ ਕੋਈ ਧਰਨਾ ਨਹੀਂ ਲੱਗਿਆ ਵਾ ਸੀਗਾ। ਫਿਰ ਇੱਥੋਂ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਕੈਪਟਨ ਅਮਰਿੰਦਰ ਸਿੰਘ ਆਪਣੇ ਮਕਸਦ ਦੇ ਵਿੱਚ ਫੇਲ ਸੀਗੇ ਕਿਤੇ ਨਾ ਕਿਤੇ। ਦੇਖੋ, ਜਿਹੜੀ ਚੀਜ਼ ਹੈ, ਜਦੋਂ ਆਪਾਂ ਕੋਈ ਕਾਰਜਕ੍ਰਮ ਪੂਰਾ ਕਰਦੇ ਹਾਂ, ਇਹ 3-4 ਮਹੀਨੇ ਅਜਿਹੇ ਸੀਗੇ ਜਿਹਦੇ ਵਿੱਚ ਬਹੁਤ ਵੱਡੇ ਫੈਸਲੇ, ਬਹੁਤ ਕੁਝ ਹੋਣਾ ਸੀਗਾ। ਸਾਡੀ ਮਾਲਟਾਊਨ ਡਰੇਨ ਦਾ ਪ੍ਰੋਜੈਕਟ ਕੰਪਲੀਟ ਅਸੀਂ ਕਰ ਲਿਆ ਸੀਗਾ, ਸਾਡੇ ਐਸਟੀਮੇਟ ਸਾਰਾ ਕੁਝ ਪਾਸ, ਸਾਡੇ ਫਾਈਨੈਂਸ਼ੀਅਲ ਜਿਹੜਾ ਸੀਗਾ ਉਹ ਵੀ ਨਿਬੜ ਗਿਆ ਸੀਗਾ। ਸਿਰਫ 2 ਮਹੀਨੇ ਹੋਰ ਮਿਲਦੇ ਸਾਨੂੰ ਤਾਂ ਸਾਡੇ ਜਿਹੜੇ ਸਾਰੇ ਪ੍ਰੋਜੈਕਟ ਸੀਗੇ ਕੰਪਲੀਟ ਹੋ ਜਾਣੇ ਸੀਗੇ। ਤੇ ਇਸ ਤਰੀਕੇ ਦੇ ਨਾਲ ਜਿਹੜੇ ਕਰੋਨਾ ਦੇ ਸਮੇਂ ਦੇ ਹਾਲਾਤ ਰਹੇ, ਜਿਸ ਤਰੀਕੇ ਦੇ ਨਾਲ ਫਾਈਨੈਂਸ਼ੀਅਲ ਪੋਜੀਸ਼ਨ ਸਰਕਾਰ ਦੀ ਹੋਈ, ਤੇ ਉਹ ਸਾਰਾ ਕੁਝ ਇਸ ਮਹਾਮਾਰੀ ਦਾ ਜਿਹੜਾ ਅਸਰ ਹੈ ਦੁਨੀਆ ਦੇ ਹਰੇਕ ਦੇਸ਼ ਤੇ ਪਿਆ, ਹਰੇਕ ਵਰਗ ਤੇ ਪਿਆ, ਉਹਦਾ ਅਸਰ ਪੰਜਾਬ ਤੇ ਵੀ ਪੈਣਾ ਲਾਜ਼ਮੀ ਸੀਗਾ ਜੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਅਕਾਲੀ ਜਿਹੜੇ ਨੇ ਉਹ ਖੁੱਲ੍ਹ ਕੇ ਘੁੰਮਦੇ ਰਹੇ। ਲੋਕ ਇਹ ਵੀ ਇਲਜ਼ਾਮ ਲਾਉਂਦੇ ਨੇ ਵੀ ਇਹ ਚਾਚਾ ਭਤੀਜਾ ਦੀ ਸਰਕਾਰ ਸੀਗੀ ਸੁਖਬੀਰ ਬਾਦਲ ਵਾਲੀ। ਦੇਖੋ, ਬਿਲਕੁਲ ਇਹ ਕਾਨੂੰਨ ਦਾ ਰਾਜ ਹੈ ਉਰੇ, ਇਹ ਕੋਈ ਉਰੇ ਕੋਈ ਤਾਲੀਬਾਨਾਂ ਦਾ ਰਾਜ ਨਹੀਂ ਹੈ। ਉਰੇ ਇੱਕ ਸੰਵਿਧਾਨ ਹੈ, ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਦਾ ਲਿਖਿਆ ਪਿਆ, ਉਹਦੇ ਇੱਕ ਇੱਕ ਅੱਖਰ ਦੇ ਵਿੱਚ ਜਾਣ ਹੈ। ਹੁਣ ਮੇਰੇ ਨਾਲ ਜਦੋਂ ਧੱਕਾ ਕੀਤਾ, ਮੈਨੂੰ ਵੀ ਸੰਵਿਧਾਨ ਨੇ ਦੁਬਾਰਾ ਤੋਂ ਮੇਅਰ ਦੀ ਕੁਰਸੀ ਤੇ ਬਿਠਾਇਆ, ਕੀ ਧੱਕਾ ਕਿਤੇ ਕੰਮ ਆਇਆ? ਤਾਂ ਇਸ ਲਈ ਜਦੋਂ ਤੁਸੀਂ, ਮੈਂ, ਕੋਈ ਵੀ ਵਿਅਕਤੀ ਜਿਹੜਾ ਹੈਗਾ, ਜਿਹੜਾ ਸੰਵਿਧਾਨ ਨੂੰ ਮੰਨਦਾ, ਅਜਿਹੀ ਗੱਲ ਕਰਨਾ ਵੀ ਗਲਤ ਹੈ ਕਿ ਸੰਵਿਧਾਨ ਤੋਂ ਉੱਪਰ ਹੋ ਕੇ ਕੁਝ ਹੋ ਸਕਦਾ। ਤੇ ਅੱਜ ਜਦੋਂ ਮਹਾਰਾਜਾ ਅਮਰਿੰਦਰ ਸਿੰਘ ਜੀ ਗੱਲ ਕਹਿੰਦੇ ਸੀਗੇ ਕਿ ਇਹ ਕੇਸ ਜਿਵੇਂ ਚੱਲਦੇ ਆ ਕਾਨੂੰਨ ਦੇ ਤਰੀਕੇ ਦੇ ਨਾਲ ਹੀ ਚੱਲਣਗੇ, ਤਾਂ ਅੱਜ ਵੀ ਦੇਖਿਆ ਕਿ ਸਾਡੇ ਕੋਲ ਜਿਹੜਾ ਸਮਾਂ ਉਹ ਕਾਨੂੰਨ ਦੇ ਤਰੀਕੇ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ ਜੀ। ਜਾਂਦੇ ਜਾਂਦੇ ਪਟਿਆਲਾ ਦਿਹਾਤੀ ਦੇ ਜਿਹੜੇ ਵੋਟਰ ਨੇ ਉਹਨਾਂ ਨੂੰ ਕੀ ਅਪੀਲ ਕਰੋਗੇ? ਪਟਿਆਲਾ ਦਿਹਾਤੀ ਦੇ ਜਿਹੜੇ ਸਾਡੇ ਸੂਝਵਾਨ ਵੋਟਰ ਹਨ, ਉਹਨਾਂ ਨੂੰ ਇੱਕ ਬਹੁਤ ਵੱਡੀ ਅਪੀਲ ਕਰਨ ਚੱਲਿਆ ਕਿ ਇਹ ਤੁਹਾਡੀ ਜਿਹੜੀ ਇੱਕ ਵੋਟ ਹੈ, ਇਹਨੇ ਆਪਣਾ ਭਵਿੱਖ, ਆਉਣ ਵਾਲਾ ਸਾਡੇ ਬੱਚਿਆਂ ਦਾ ਭਵਿੱਖ ਤੈਅ ਕਰਨਾ ਹੈ।
ਪੰਜਾਬ ਦੇ ਵਿੱਚ ਜੇ ਅੱਜ ਇਹ ਪੰਜਾਬ ਤੇ ਕੇਂਦਰ ਸਰਕਾਰ ਮਿਲ ਕੇ ਡਬਲ ਇੰਜਨ ਸਰਕਾਰ ਬਣਨ ਜਾ ਰਹੀ ਹੈ, ਇਹਦੇ ਵਿੱਚ ਅਸੀਂ ਆਪਣਾ ਸਹਿਯੋਗ ਦਈਏ। ਸਪੈਸ਼ਲੀ ਪਟਿਆਲਾ 2 ਦੇ ਵੋਟਰਾਂ ਵਾਸਤੇ, ਪਟਿਆਲਾ ਦਿਹਾਤੀ ਦੇ ਵੋਟਰਾਂ ਵਾਸਤੇ ਸਾਡੇ ਕੋਲ ਯੂਨੀਵਰਸਿਟੀ ਦਾ ਨਿਰਮਾਣ ਹੋ ਰਿਹਾ ਹੈ 500 ਕਰੋੜ ਰੁਪਏ ਦੀ ਲਾਗਤ ਦੇ ਨਾਲ ਘੱਟੋ ਘੱਟ, ਤੇ ਨਾਲ ਹੀ ਪੀਣ ਵਾਲੇ ਪਾਣੀ ਦਾ 504 ਕਰੋੜ ਰੁਪਏ ਦੀ ਲਾਗਤ ਦੇ ਨਾਲ, ਵੱਡੀ ਨਦੀ ਛੋਟੀ ਨਦੀ ਦਾ ਸਾਰਾ ਕੰਮ ਚੱਲ ਰਿਹਾ ਹੈ। ਇਹ ਸਾਰੇ ਕੰਮਾਂ ਦੇ ਵਿੱਚ ਕੇਂਦਰ ਸਰਕਾਰ ਦੀ ਇੱਕ ਬਹੁਤ ਭਾਰੀ ਮਦਦ ਸਾਡੇ ਨਾਲ ਚੱਲ ਰਹੀ ਹੈ। ਤੇ ਜਿੰਨਾ ਕੁਝ ਪਟਿਆਲਾ ਦਿਹਾਤੀ ਨੂੰ ਮਹਾਰਾਜਾ ਅਮਰਿੰਦਰ ਸਿੰਘ ਜੀ ਨੇ ਦਿੱਤਾ ਹੈ, ਜਿੰਨੀ ਯੂਨੀਵਰਸਿਟੀ ਦਾ ਕੰਮ, ਚਾਹੇ ਪਾਣੀ ਦਾ ਪ੍ਰੋਜੈਕਟ, ਇਹਦੇ ਨਾਲ ਵੱਡੀ ਨਦੀ ਦਾ, ਇਹ ਸਾਰੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਾਸਤੇ ਸਾਨੂੰ ਆਪਣੇ ਇਹਨਾਂ ਪ੍ਰੋਜੈਕਟਾਂ ਨੂੰ ਕੰਪਲੀਟ ਕਰਨ ਵਾਸਤੇ ਵੋਟ ਪਾਣੀ ਚਾਹੀਦੀ ਹੈ। ਤੇ ਅੱਜ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਕੋਲ ਜਿਹੜੀਆਂ ਸਾਡੀਆਂ 2 ਜੇਬਾਂ ਹੋਣਗੀਆਂ, ਕੇਂਦਰ ਸਰਕਾਰ ਦੀ ਮਦਦ ਸਾਨੂੰ ਚਾਹੀਦੀ ਹੈ ਸਾਡੇ ਅੱਗੇ ਭਵਿੱਖ ਵਾਸਤੇ। ਸੋ ਇਹ ਸਨ ਸੰਜੀਵ ਬਿੱਟੂ ਜੀ, ਜਿਹੜੇ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਦੇ ਪਟਿਆਲਾ ਦਿਹਾਤੀ ਤੋਂ ਸਾਂਝੇ ਉਮੀਦਵਾਰ ਨੇ। ਇਹਨਾਂ ਦਾ ਕਹਿਣਾ ਹੈ ਦੁੱਗਣੀ ਹੋਊ ਤਰੱਕੀ ਦੀ ਰਫ਼ਤਾਰ, ਇਸ ਵਾਰ ਡਬਲ ਇੰਜਨ ਸਰਕਾਰ। ਸੋ ਅਸੀਂ ਫਿਰ ਕਿਸੇ ਉਮੀਦਵਾਰ ਨਾਲ, ਕਿਸੇ ਸਿਆਸੀ ਰਾਜਨੀਤਿਕ ਆਗੂ ਦੇ ਨਾਲ ਤੁਹਾਡੀ ਗੱਲਬਾਤ ਕਰਾਂਗੇ। ਤੁਸੀਂ ਜੁੜੇ ਰਹੋ ਗਲੋਬਲ ਪੰਜਾਬ ਟੀਵੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਜਗਜੀਤ ਸਿੰਘ ਪੰਜੋਲੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।